ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਆਪਣਾ ਨੋਵਲ ਚੱਲ ਰਿਹਾ ਹੈ ਦ ਗਾਈਡ, ਉਸ ਦੇ ਆਪਾਂ ਸ਼ਾਰਟ ਕੁਐਸਚਨਸ ਨੇ ਜਿਹੜੇ ਉਹ ਆਪਾਂ ਕਰ ਰਹੇ ਹਾਂ। ਸੋ ਇਹ ਆਪਣਾ ਪਾਰਟ 3 ਹੈ। ਇਸ ਦੇ ਵਿੱਚ ਆਪਾਂ ਅਗਲੇ ਜਿਹੜੇ 5 ਕੁਐਸਚਨ ਨੇ ਉਹ ਆਪਾਂ ਸ਼ਾਰਟ ਕਰਾਂਗੇ। ਸੋ ਦੇਖੋ ਸਟਾਰਟ ਕਰਦੇ ਹਾਂ। 11th ਆਪਣਾ ਜਿਹੜਾ ਕੁਐਸਚਨ ਹੈ, ਗਿਵ ਅ ਬਰੀਫ ਅਕਾਊਂਟ ਆਫ ਰਾਜੂਜ਼ ਕਮਿੰਗ ਅਕ੍ਰੋਸ ਰੋਜੀ ਐਂਡ ਹਰ ਹਸਬੈਂਡ। ਵੀ ਮਤਲਬ ਰਾਜੂ ਰੋਜੀ ਅਤੇ ਉਸਦੇ ਹਸਬੈਂਡ ਦੇ ਕਿਸ ਤਰ੍ਹਾਂ ਕਰੀਬ ਆਉਂਦਾ ਹੈ ਉਸ ਦੇ ਬਾਰੇ ਆਪਾਂ ਨੇ ਦੱਸਣਾ ਹੈ। ਸੋ ਆਨਸਰ ਸਟਾਰਟ ਕਰਦੇ ਹਾਂ। ਰਾਜੂ ਵਰਕਡ ਐਜ਼ ਅ ਟੂਰਿਸਟ ਗਾਈਡ ਐਟ ਮਾਲਗੁਡੀ ਸਟੇਸ਼ਨ। ਜਿਹੜਾ ਰਾਜੂ ਹੈ ਮਾਲਗੁਡੀ ਸਟੇਸ਼ਨ ਤੇ ਇੱਕ ਟੂਰਿਸਟ ਗਾਈਡ ਦਾ ਜਿਹੜਾ ਕੰਮ ਕਰਦਾ ਹੁੰਦਾ ਹੈ। ਵਨ ਡੇ ਅ ਮੈਨ ਨੇਮਡ ਮਾਰਕੋ, ਇੱਕ ਦਿਨ ਜਿਸ ਦਾ ਨਾਮ, ਇੱਕ ਆਦਮੀ ਜਿਸ ਦਾ ਨਾਮ ਮਾਰਕੋ ਹੁੰਦਾ ਹੈ, ਕੇਮ ਟੂ ਮਾਲਗੁਡੀ, ਉਹ ਮਾਲਗੁਡੀ ਆਉਂਦਾ ਉੱਥੇ ਟ੍ਰੇਨ ਦੇ ਉੱਪਰ। ਹੂ ਵਾਜ਼ ਅ ਸਕਾਲਰ, ਜਿਹੜਾ ਕਿ ਇੱਕ ਸਕਾਲਰ ਹੈ, ਮਤਲਬ ਕਿ ਉਹ ਲਿਖਦਾ ਵਗੈਰਾ ਹੈਗਾ, ਰਿਸਰਚ ਕਰਦਾ। ਦਿਸ ਮੈਨ ਵਾਜ਼ ਦਾ ਫਸਟ ਟੂ ਅਰਾਈਵ, ਇਹ ਆਦਮੀ ਫਸਟ ਸੀ ਜਿਹੜਾ ਉੱਥੇ ਅਰਾਈਵ ਕੀਤਾ ਸੀ, ਜਿਸਨੇ ਮਤਲਬ ਜਦੋਂ ਰਾਜੂ ਨੇ ਗਾਈਡ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਪਹਿਲੀ ਵਾਰ ਮਾਰਕੋ ਹੈ ਜਿਹੜਾ ਉੱਥੇ ਆਇਆ ਸੀਗਾ। ਰਾਜੂ ਟੁੱਕ ਹਿਮ ਟੂ ਦਾ ਆਨੰਦ ਭਵਨ ਚੌਂਕ, ਆਨੰਦ ਭਵਨ ਹੋਟਲ। ਰਾਜੂ ਉਸਨੂੰ ਆਨੰਦ ਭਵਨ ਹੋਟਲ ਦੇ ਵਿੱਚ ਲੈ ਜਾਂਦਾ ਐਂਡ ਮੇਡ ਅਰੇਂਜਮੈਂਟ ਫॉर ਹਿਜ਼ ਸਟੇ ਦੇਅਰ, ਅਤੇ ਉੱਥੇ ਉਸ ਦਾ ਰਹਿਣ ਦਾ ਪ੍ਰਬੰਧ ਹੈ ਜਿਹੜਾ ਉਹ ਕਰ ਦਿੰਦਾ ਇਸ ਹੋਟਲ ਦੇ ਵਿੱਚ। ਦ ਨੈਕਸਟ ਡੇ ਮਾਰਕੋ ਟੋਲਡ ਰਾਜੂ, ਅਗਲੇ ਦਿਨ ਮਾਰਕੋ ਰਾਜੂ ਨੂੰ ਦੱਸਦਾ ਹੈ ਦੈਟ ਅਨਦਰ ਪਰਸਨ ਵਾਜ਼ ਕਮਿੰਗ, ਵੀ ਇੱਕ ਪਰਸਨ ਹੋਰ ਆ ਰਿਹਾ ਹੈ, ਬਾਏ ਦ ਮਦਰਾਸ ਟ੍ਰੇਨ, ਵੀ ਮਦਰਾਸ ਤੋਂ ਟ੍ਰੇਨ ਆਏਗੀ, ਉਸ ਦੇ ਵਿੱਚ ਇੱਕ ਇਨਸਾਨ ਹੋਰ ਆ ਰਿਹਾ। ਔਰ ਉਹ ਇਨਸਾਨ ਕੌਣ ਸੀਗਾ? ਰਾਜੂ ਨੂੰ ਉਹ ਦੱਸਦਾ ਹੈ ਸ਼ੀ ਵਾਜ਼ ਹਿਜ਼ ਵਾਈਫ ਰੋਜੀ, ਕਿ ਉਹ ਮੇਰੀ ਵਾਈਫ ਹੈ ਜਿਹੜੀ ਰੋਜੀ ਹੈ। ਦੇ ਵੈਂਟ ਟੂ ਦ ਸਟੇਸ਼ਨ ਟੂ ਰਿਸੀਵ ਹਰ, ਉਹ ਉਸ ਨੂੰ ਰਿਸੀਵ ਕਰਨ ਦੇ ਲਈ ਸਟੇਸ਼ਨ ਤੇ ਜਾਂਦੇ ਨੇ ਰਾਜੂ ਅਤੇ ਮਾਰਕੋ। ਰਾਜੂ ਡਿਸਕ੍ਰਾਈਬਡ ਰੋਜੀ, ਤਾਂ ਉੱਥੇ ਰੋਜੀ ਨੂੰ ਦੇਖਣ ਤੋਂ ਬਾਅਦ ਜਿਹੜਾ ਰਾਜੂ ਹੈ ਉਹ ਡਿਸਕ੍ਰਾਈਬ ਕਰਦਾ, ਰੋਜੀ ਦੇ ਬਾਰੇ ਦੱਸਦਾ ਹੈ। ਕੀ ਦੱਸਦਾ ਹੈ? ਸ਼ੀ ਵਾਜ਼ ਨੋਟ ਗਲੈਮਰਸ, ਕਹਿੰਦਾ ਹਾਲਾਂਕਿ ਉਹ ਇੰਨੀ ਜ਼ਿਆਦਾ ਸੁੰਦਰ ਗਲੈਮਰਸ ਨਹੀਂ ਸੀ, ਬਟ ਸ਼ੀ ਹੈਡ ਅ ਗ੍ਰੇਟ ਬੋਡੀ ਫਿਗਰ, ਪਰ ਉਸਦੀ ਬੋਡੀ ਫਿਗਰ ਬਹੁਤ ਵਧੀਆ ਸੀ। ਐਂਡ ਬਿਊਟੀਫੁਲੀ ਫੈਸ਼ਨਡ ਆਈਜ਼, ਤੇ ਉਸਦੀਆਂ ਅੱਖਾਂ ਨੇ ਜਿਹੜੀਆਂ ਬਹੁਤ ਹੀ ਸੋਹਣੀਆਂ ਫੈਸ਼ਨਡ ਸੀਗੀਆਂ, ਫੈਸ਼ਨਡ ਆਈਜ਼। ਇਟ ਵਾਜ਼ ਦੇਅਰ ਫਸਟ ਮੀਟਿੰਗ, ਇਹ ਉਹਨਾਂ ਦੀ ਫਸਟ ਮੀਟਿੰਗ ਸੀ। ਐਂਡ ਰਾਜੂ ਫੈਲ ਇਨ ਲਵ ਵਿਦ ਰੋਜੀ ਐਟ ਫਸਟ ਸਾਈਟ, ਅਤੇ ਪਹਿਲੀ ਵਾਰ ਹੀ ਦੇਖਣ ਦੇ ਨਾਲ ਰਾਜੂ ਰੋਜੀ ਦੇ ਪਿਆਰ ਦੇ ਵਿੱਚ ਪੈ ਜਾਂਦਾ। ਸੋ ਅਗਲਾ ਕੁਐਸਚਨ ਦੇਖੋ 12th। ਵਟ ਵਾਜ਼ ਰੋਜੀਜ਼ ਰਿਸਪੌਂਸ ਟੂ ਦ ਕਿੰਗ ਕੋਬਰਾ ਡਾਂਸ। ਕਿੰਗ ਕੋਬਰਾ ਡਾਂਸ ਹੈ ਜਿਹੜਾ ਮਤਲਬ ਕੋਬਰਾ ਦਾ ਡਾਂਸ ਦੇਖਣ ਤੋਂ ਬਾਅਦ ਜਿਹੜਾ ਰਾਜੂ ਉਸ ਨੂੰ ਦਿਖਾ ਕੇ ਲੈ ਕੇ ਆਉਂਦਾ ਹੁੰਦਾ, ਰੋਜੀ ਦਾ ਕੀ ਰਿਸਪੌਂਸ ਹੁੰਦਾ? ਦੇਖੋ ਸਟਾਰਟ ਕਰਦੇ ਹਾਂ। ਰਾਜੂ ਐਂਡ ਰੋਜੀ ਵੈਂਟ ਟੂ ਸੀ ਅ ਕਿੰਗ ਕੋਬਰਾ, ਕਿੰਗ ਕੋਬਰਾ ਦੇਖਣ ਜਾਂਦੇ ਨੇ ਰਾਜੂ ਅਤੇ ਰੋਜੀ। ਵਿਚ ਕੁਡ ਡਾਂਸ ਟੂ ਦਾ ਮਿਊਜ਼ਿਕ ਆਫ ਅ ਫਲੂਟ, ਜੋ ਕਿ ਫਲੂਟ ਤੇ ਡਾਂਸ ਕਰ ਸਕਦਾ ਸੀਗਾ, ਬੰਸਰੀ ਦੇ ਉੱਪਰ। ਦ ਕੋਬਰਾ ਵਾਜ਼ ਕੁਆਇਟ ਲਾਰਜ, ਜਿਹੜਾ ਕੋਬਰਾ ਬਹੁਤ ਵੱਡਾ ਸੀਗਾ। ਐਂਡ ਸਪਰੈਡ ਇਟਸ ਹੁੱਡ, ਸਪਰੈਡ ਹੁੰਦਾ ਫੈਲਾਉਣਾ, ਹੁੱਡ ਮਤਲਬ ਕਿ ਫਨ, ਉਸਨੇ ਆਪਣਾ ਫਨ ਹੈ ਜਿਹੜਾ ਉਹ ਫੈਲਾਇਆ। ਐਜ਼ ਇਟ ਕੇਮ ਆਊਟ ਆਫ ਦ ਬਾਸਕਿਟ, ਜਿਉਂ ਹੀ ਉਹ ਬਾਸਕਿਟ ਦੇ ਵਿੱਚੋਂ ਬਾਹਰ ਆਇਆ ਜਿੱਥੇ ਉਸਨੂੰ ਰੱਖਿਆ ਗਿਆ ਸੀਗਾ, ਉਸ ਬਾਸਕਿਟ ਦੇ ਵਿੱਚੋਂ। ਰੋਜੀ ਸੁਜੈਸਟਡ ਦੈਟ ਦ ਸਨੇਕ ਟ੍ਰੇਨਰ, ਸਨੇਕ ਟ੍ਰੇਨਰ ਜੋ ਕਿ ਮਤਲਬ ਉਸਨੂੰ ਕੰਟਰੋਲ ਕਰਦਾ ਸੀਗਾ, ਮਸਟ ਪਲੇ ਦ ਫਲੂਟ, ਕਿ ਸਨੇਕ ਟ੍ਰੇਨਰ ਨੂੰ ਫਲੂਟ ਵਜਾਉਣੀ ਚਾਹੀਦੀ ਹੈ। ਸੋ ਦੈਟ ਦ ਕੋਬਰਾ ਵੁੱਡ ਸਟਾਰਟ ਡਾਂਸਿੰਗ, ਤਾਂ ਕਿ ਜਿਹੜਾ ਕੋਬਰਾ ਉਹ ਆਪਣਾ ਡਾਂਸ ਸਟਾਰਟ ਕਰ ਸਕੇ। ਦ ਮੈਨ ਪਿਕਡ ਅਪ ਹਿਜ਼ ਫਲੂਟ, ਉਸ ਆਦਮੀ ਨੇ ਆਪਣੀ ਫਲੂਟ ਚੱਕੀ ਕੋਬਰਾ ਟ੍ਰੇਨਰ ਨੇ। ਐਂਡ ਪਲੇਡ ਇਟ ਲਾਊਡਲੀ, ਤੇ ਇਸ ਨੂੰ ਉੱਚੀ ਉੱਚੀ ਵਜਾਉਣਾ ਸ਼ੁਰੂ ਕੀਤਾ। ਐਂਡ ਦ ਕੋਬਰਾ ਰੇਜ਼ਡ ਇਟ ਸੈਲਫ, ਕੋਬਰਾ ਨੇ ਆਪਣੇ ਆਪ ਨੂੰ ਉੱਪਰ ਚੁੱਕਿਆ। ਐਂਡ ਬਿਗਨ ਟੂ ਡਾਂਸ, ਅਤੇ ਡਾਂਸ ਕਰਨਾ ਸਟਾਰਟ ਕਰਤਾ। ਰੋਜੀ ਵਾਜ਼ ਵੈਰੀ ਇੰਪ੍ਰੈਸਡ ਟੂ ਸੀ ਦਿਸ, ਰੋਜੀ ਇਹ ਦੇਖ ਕੇ ਬਹੁਤ ਜ਼ਿਆਦਾ ਇੰਪ੍ਰੈਸ ਹੋਈ। ਸ਼ੀ ਵਾਚਡ ਦ ਕੋਬਰਾ ਡਾਂਸ, ਉਸਨੇ ਕੋਬਰਾ ਡਾਂਸ ਦੇਖਿਆ ਵੈਰੀ ਕੇਅਰਫੁਲੀ, ਬਹੁਤ ਕੇਅਰਫੁਲੀ। ਸ਼ੀ ਸਟਾਰਟਡ ਸਟਾਰਟਡ ਨਹੀਂ, ਸ਼ੀ ਸਟ੍ਰੈਚ ਹੁੰਦਾ ਫੈਲਾਉਣਾ ਜਾਂ ਫਿਰ ਖਿੱਚਣਾ, ਹੈ ਨਾ। ਸ਼ੀ ਸਟ੍ਰੈਚਡ ਹਰ ਆਰਮ, ਉਸਨੇ ਆਪਣੀ ਬਾਂਹ ਹੈ ਜਿਹੜੀ ਉਹ ਫੈਲਾਈ, ਅ ਲਿਟਲ ਥੋੜੀ ਜਿਹੀ। ਐਂਡ ਸਟਾਰਟਡ ਡਾਂਸਿੰਗ ਲਾਈਕ ਅ ਕਿੰਗ ਕੋਬਰਾ, ਅਤੇ ਕਿੰਗ ਕੋਬਰਾ ਦੀ ਤਰ੍ਹਾਂ ਡਾਂਸ ਕਰਨਾ ਸਟਾਰਟ ਕਰ ਦਿੱਤਾ। ਆਫਟਰ ਵਾਚਿੰਗ ਦਿਸ, ਇਹ ਦੇਖਣ ਤੋਂ ਬਾਅਦ ਰਾਜੂ ਫੈਲਟ ਦੈਟ ਰੋਜੀ ਵਾਜ਼ ਦ ਗ੍ਰੇਟੈਸਟ ਡਾਂਸਰ ਆਫ ਦ ਵਰਲਡ, ਇਹ ਦੇਖਣ ਤੋਂ ਬਾਅਦ ਰਾਜੂ ਨੇ ਸੋਚਿਆ ਕਿ ਜਿਹੜੀ ਰੋਜੀ ਹੈ ਉਹ ਵਰਲਡ ਦੀ ਗ੍ਰੇਟੈਸਟ ਡਾਂਸਰ ਹੈ। ਐਂਡ ਨੈਕਸਟ ਕੁਐਸਚਨ ਦੇਖੋ 13ਵਾਂ। ਹਾਊ ਡਿਡ ਰਾਜੂ ਸਡਿਊਸ ਰੋਜੀ, ਕਿਹੜਾ ਰਾਜੂ ਹੈ ਰੋਜੀ ਨੂੰ ਕਿਸ ਤਰ੍ਹਾਂ ਸਡਿਊਸ ਕਰਦਾ, ਮਤਲਬ ਉਸ ਨੂੰ ਆਪਣੇ ਜਾਲ 'ਚ ਕਿਸ ਤਰ੍ਹਾਂ ਫਸਾਉਂਦਾ ਹੈ। ਜਾਂ ਫਿਰ ਕੈਪਚਰਡ ਰੋਜੀਜ਼ ਹਰਟ, ਉਸ ਦਾ ਦਿਲ ਹੈ ਜਿਹੜਾ ਕਿਸ ਤਰ੍ਹਾਂ ਕੈਪਚਰ ਕਰਦਾ, ਕਿਸ ਤਰ੍ਹਾਂ ਜਿੱਤਦਾ। ਜਾਂ ਫਿਰ ਮਤਲਬ ਕਿ ਕੇਮ ਇਨ ਕੰਟੈਕਟ ਵਿਦ ਰੋਜੀ, ਰੋਜੀ ਦੇ ਕੰਟੈਕਟ 'ਚ ਕਿਸ ਤਰ੍ਹਾਂ ਆਉਂਦਾ। ਜਾਂ ਫਿਰ ਕਹਿ ਸਕਦੇ ਹਾਂ ਵੀ ਕਿਹੜੇ ਕਿਹੜੇ ਮੈਥਡ ਸੀਗੇ ਜੋ ਉਸਨੇ ਯੂਜ਼ ਕੀਤੇ ਰਾਜੂ ਨੇ ਟੂ ਕੈਪਚਰ ਰੋਜੀਜ਼ ਹਰਟ, ਵੀ ਰੋਜੀ ਦਾ ਦਿਲ ਜਿੱਤਣ ਦੇ ਲਈ ਕਿਹੜੇ ਕਿਹੜੇ ਤਰੀਕੇ ਉਸਨੇ ਅਪਣਾਏ। ਸੋ ਸਟਾਰਟ ਕਰਦੇ ਹਾਂ। ਰਾਜੂ ਫਸਟ ਮੈਟ ਰੋਜੀ ਐਟ ਮਾਲਗੁੜੀ ਰੇਲਵੇ ਸਟੇਸ਼ਨ
ਵੈਨ ਸ਼ੀ ਕੇਮ ਦੇਅਰ ਵਿਦ ਹਰ ਹਸਬੈਂਡ, ਜਦੋਂ ਉਹ ਆਪਣੇ ਹਸਬੈਂਡ ਦੇ ਨਾਲ ਮਾਲਗੁੜੀ ਰੇਲਵੇ ਸਟੇਸ਼ਨ ਤੇ ਆਈ ਸੀ ਉਦੋਂ ਰਾਜੂ ਉਸ ਨੂੰ ਪਹਿਲੀ ਵਾਰ ਮਿਲਿਆ ਸੀ। ਸ਼ੀ ਵਾਜ਼ ਨॉट ਗਲੈਮਰਸ, ਉਹ ਗਲੈਮਰਸ ਨਹੀਂ ਸੀ, ਬਟ ਸ਼ੀ ਹੈਡ ਅ ਗ੍ਰੇਟ ਬੋਡੀ ਫਿਗਰ, ਉਸਦੀ ਗ੍ਰੇਟ ਬੋਡੀ ਫਿਗਰ ਸੀ, ਐਂਡ ਬਿਊਟੀਫੁਲ ਫੈਸ਼ਨਡ ਆਈਜ਼, ਸੇਮ ਲਾਈਨ ਆ ਗਈ। ਰਾਜੂ ਨਿਊ ਦੈਟ, ਰਾਜੂ ਇਹ ਗੱਲ ਜਾਣਦਾ ਸੀ, ਸ਼ੀ ਹੈਡ ਕੁਆਰਲਡ ਵਿਦ ਹਰ ਹਸਬੈਂਡ, ਕਿ ਆਪਣੇ ਹਸਬੈਂਡ ਨਾਲ ਉਸਦੀ ਲੜਾਈ ਹੋਈ ਹੈ, ਕੁਆਰਲਡ ਹੁੰਦਾ ਲੜਾਈ ਹੋਣਾ। ਐਂਡ ਸ਼ੀ ਵਾਜ਼ ਨॉट ਗੋਇੰਗ ਵਿਦ ਹਿਮ ਫॉर ਸਾਈਟ ਸੀਇੰਗ, ਸਾਈਟ ਸੀਇੰਗ ਹੁੰਦਾ ਸ਼ਹਿਰ ਸਪਾਟਾ ਕਰਨ ਦੇ ਲਈ, ਅਤੇ ਉਸ ਦੇ ਨਾਲ ਉਹ ਬਾਹਰ ਘੁੰਮਣ ਦੇ ਲਈ ਮਤਲਬ ਨਹੀਂ ਜਾ ਰਹੀ ਸੀ, ਆਫ ਟੂਰਿਸਟ ਸਪੋਟ, ਜਿਹੜੀ ਟੂਰਿਸਟ ਦੇ ਘੁੰਮਣ ਦੇ ਲਈ ਜਗ੍ਹਾ ਹੁੰਦੀ ਹੈ ਉੱਥੇ। ਬਟ ਔਨ ਮਾਰਕੋਜ਼ ਰਿਕੁਐਸਟ, ਪਰ ਮਾਰਕੋ ਦੀ ਰਿਕੁਐਸਟ ਤੇ ਰਾਜੂ ਵੈਂਟ ਟੂ ਪਰਸੂਏਡ, ਪਰਸੂਏਡ ਹੁੰਦਾ ਮਨਾਉਣਾ, ਟੂ ਪਰਸੂਏਡ ਰੋਜੀ, ਉਹ ਰੋਜੀ ਨੂੰ ਮਨਾਉਣ ਜਾਂਦਾ ਕਿ ਸਾਡੇ ਨਾਲ ਤੁਸੀਂ ਚੱਲੋ। ਰਾਜੂ ਐਂਟਰਡ ਹਰ ਰੂਮ ਐਂਡ ਆਸਕਡ ਹਰ ਟੂ ਕਮ ਫॉर ਸਾਈਟ ਸੀਇੰਗ, ਅਤੇ ਉਸ ਨੂੰ ਕਹਿੰਦਾ ਕਿ ਸਾਡੇ ਨਾਲ ਤੁਸੀਂ ਸਾਈਟ ਸੀਇੰਗ ਸੈਰ ਸਪਾਟੇ ਤੇ ਚੱਲੋ। ਰੋਜੀ ਐਗਰੀਡ ਟੂ ਗੋ ਵਿਦ ਦੈਮ, ਰੋਜੀ ਉਹਨਾਂ ਦੇ ਨਾਲ ਜਾਣ ਦੇ ਲਈ ਐਗਰੀ ਹੋ ਜਾਂਦੀ ਹੈ। ਸ਼ੀ ਵਾਂਟਡ ਟੂ ਡੈਕੋਰੇਟ ਹਰ ਹੇਅਰ, ਉਹ ਕਹਿੰਦੀ ਹੈ ਕਿ ਮੈਨੂੰ ਆਪਣੇ ਹੇਅਰ ਵਾਲ ਨੇ ਜਿਹੜੇ ਡੈਕੋਰੇਟ ਕਰ ਲੈਂਦੇ। ਬਟ ਰਾਜੂ ਟੋਲਡ ਹਰ ਇਨ ਅ ਫਲੈਟਰਿੰਗ ਟੋਨ, ਪਰ ਰਾਜੂ ਉਸ ਨੂੰ ਕਹਿੰਦਾ ਫਲੈਟਰਿੰਗ ਟੋਨ ਦੇ ਵਿੱਚ, ਫਲੈਟਰਿੰਗ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਦੇਸ਼ੀ ਭਾਸ਼ਾ ਦੇ ਵਿੱਚ ਮਤਲਬ ਉਸ ਦੇ ਵਿੱਚ ਪੰਪ ਭਰਦਾ ਹੈ ਨਾ, ਫੂਕ ਛਕਾਉਂਦਾ ਉਸ ਨੂੰ। ਕੀ ਗੱਲ ਕਹਿੰਦਾ, ਕਹਿੰਦਾ ਹੂ ਵੁੱਡ ਡੈਕੋਰੇਟ ਰੇਨਬੋ, ਕਹਿੰਦਾ ਰੇਨਬੋ ਨੂੰ ਕੌਣ ਡੈਕੋਰੇਟ ਕਰਦਾ, ਮਤਲਬ ਕਿ ਉਸ ਨੂੰ ਥੋੜਾ ਜਿਹਾ ਪੰਪ ਦੇਤੇ ਵੀ ਤੂੰ ਬਹੁਤ ਸੋਹਣੀ ਹੈ। ਹੀ ਆਲਸੋ ਟੋਲਡ ਹਰ, ਉਸ ਨੂੰ ਇਹ ਗੱਲ ਵੀ ਕਹਿੰਦਾ ਦੈਟ ਲਾਈਫ ਇਜ਼ ਸੋ ਬਲੈਂਕ, ਬਲੈਂਕ ਹੁੰਦਾ ਖਾਲੀ, ਵਿਦਆਊਟ ਹਰ ਪ੍ਰੈਜੈਂਸ, ਵੀ ਤੇਰੀ ਪ੍ਰੈਜੈਂਸ ਦੇ ਬਿਨਾਂ ਜ਼ਿੰਦਗੀ ਬਿਲਕੁਲ ਖਾਲੀ ਹੈ। ਹੀਅਰਿੰਗ ਸੱਚ ਕੰਪਲੀਮੈਂਟਸ, ਇਹ ਕੰਪਲੀਮੈਂਟ ਸੁਣ ਕੇ ਰੋਜੀ ਵਾਜ਼ ਵੈਰੀ ਇੰਪ੍ਰੈਸਡ ਬਾਏ ਰਾਜੂ, ਰਾਜੂ ਤੋਂ ਬਹੁਤ ਇੰਪ੍ਰੈਸ ਹੁੰਦੀ ਹੈ ਰੋਜੀ। ਇਨ ਦਿਸ ਵੇ, ਤਾਂ ਇਸ ਤਰ੍ਹਾਂ ਰਾਜੂ ਪ੍ਰੇਜ਼ਡ ਰੋਜੀ, ਰਾਜੂ ਜਿਹੜੀ ਰੋਜੀ ਦੀ ਪ੍ਰੇਜ਼ ਕਰਦਾ, ਤਾਰੀਫ ਕਰਦਾ, ਐਂਡ ਕੈਪਚਰਡ ਹਰ ਹਰਟ, ਤੇ ਉਸ ਦਾ ਦਿਲ ਹੈ ਜਿਹੜਾ ਉਹ ਜਿੱਤ ਲੈਂਦਾ। ਅਗਲਾ ਕੁਐਸਚਨ ਦੇਖੋ, ਵਟ ਇਜ਼ ਦਾ ਮੋਟਿਵ, ਮੋਟਿਵ ਹੁੰਦਾ ਪੈਟਰਨ ਜਾਂ ਫਿਰ ਡਿਜ਼ਾਈਨ, ਵੀ ਇਸ ਨੋਵਲ ਦਾ, ਆਫ ਦ ਗਾਈਡ, ਇਸ ਦ ਗਾਈਡ ਨੋਵਲ ਦਾ ਪੈਟਰਨ ਕੀ ਹੈ ਜਾਂ ਫਿਰ ਡਿਜ਼ਾਈਨ ਕੀ ਹੈ, ਮੋਟਿਵ ਕੀ ਹੈ। ਦ ਮੋਟਿਵ ਆਫ ਦ ਨੋਵਲ ਇਜ਼ ਆਰਟਿਸਟਿਕ, ਆਰਟਿਸਟਿਕ ਹੁੰਦਾ ਕ੍ਰੀਏਟਿਵ, ਕ੍ਰੀਏਟਿਵ ਹੈ ਮਤਲਬ ਬਹੁਤ ਵਧੀਆ। ਅ ਨੋਵਲ ਸ਼ੁੱਡ ਬੀ ਡਿਲਾਈਟਫੁਲ ਫॉर ਦ ਰੀਡਰਸ, ਕੋਈ ਵੀ ਨੋਵਲ ਹੈ ਜਿਹੜਾ ਉਹ ਰੀਡਰਸ ਦੇ ਲਈ ਡਿਲਾਈਟਫੁਲ ਹੋਣਾ ਚਾਹੀਦਾ ਹੈ, ਖੁਸ਼ੀ ਭਰਿਆ, ਉਹਨਾਂ ਨੂੰ ਖੁਸ਼ੀ ਦੇਵੇ ਜਿਹੜਾ। ਐਂਡ ਦ ਗਾਈਡ, ਅਤੇ ਜਿਹੜਾ ਆਪਣਾ ਇਹ ਨੋਵਲ ਹੈ ਦ ਗਾਈਡ ਡਿਲਾਈਟਸ ਦ ਰੀਡਰਸ ਵੈਲ, ਇਹ ਰੀਡਰਸ ਨੇ ਜਿਹੜੇ ਉਹਨਾਂ ਨੂੰ ਡਿਲਾਈਟ ਖੁਸ਼ ਕਰਦਾ, ਬਹੁਤ ਵਧੀਆ ਖੁਸ਼ ਕਰਦਾ। ਦੇ ਲਰਨ ਅ ਲੋਟ ਫਰੋਮ ਦਿਸ ਨੋਵਲ, ਇਸ ਨੋਵਲ ਤੋਂ ਉਹ ਬਹੁਤ ਕੁਝ ਸਿੱਖਦੇ ਨੇ ਜਿਹੜੇ ਰੀਡਰਸ ਨੇ। ਇਨ ਦਿਸ ਨੋਵਲ ਵੀ ਕਮ ਟੂ ਨੋ, ਇਸ ਨੋਵਲ ਤੋਂ ਸਾਨੂੰ ਕੀ ਪਤਾ ਚੱਲਦਾ ਹੈ, ਅਬਾਊਟ ਦਾ ਚੇਂਜਿੰਗ ਸੋਸ਼ਲ ਵੈਲਿਊਜ਼, ਜਿਹੜੀਆਂ ਸੋਸ਼ਲ ਵੈਲਿਊਜ਼ ਚੇਂਜ ਹੁੰਦੀਆਂ ਜਾ ਰਹੀਆਂ ਨੇ ਉਹਨਾਂ ਬਾਰੇ ਸਾਨੂੰ ਪਤਾ ਲੱਗਦਾ ਹੈ। ਦ ਓਲਡ ਪੀਪਲ, ਜਿਹੜੇ ਓਲਡ ਪੀਪਲ ਨੇ, ਰਾਜੂਜ਼ ਮਦਰ ਐਂਡ ਮੈਟਰਨਲ ਅੰਕਲ, ਮੈਟਰਨਲ ਅੰਕਲ ਹੁੰਦਾ ਉਸਦਾ ਮਾਮਾ, ਡੂ ਨਾਟ ਲਾਈਕ ਦ ਮਾਡਰਨ ਆਈਡੀਆਜ਼ ਆਫ ਦ ਯੰਗ ਜਨਰੇਸ਼ਨ, ਉਹ ਯੰਗ ਜਨਰੇਸ਼ਨ ਦੇ ਜਿਹੜੇ ਮਾਡਰਨ ਆਈਡੀਆਜ਼ ਨੇ ਉਹਨਾਂ ਨੂੰ ਪਸੰਦ ਨਹੀਂ ਕਰਦੇ। ਬਟ ਦ ਆਥਰ ਡਜ਼ ਨਾਟ ਲਾਈਕ ਦ ਕਰੰਟ ਸੁਪਰਸਟੀਸ਼ੀਅਸ, ਇੱਥੇ ਇਸ ਤੋਂ ਬਾਅਦ ਯੂ ਆਏਗਾ, ਸੁਪਰਸਟੀਸ਼ੀਅਸ ਹੁੰਦਾ ਵਹਿਮ ਭਰਮ, ਪਰ ਜਿਹੜਾ ਆਥਰ ਹੈ ਡਜ਼ਨਟ ਲਾਈਕ, ਉਹ ਪਸੰਦ ਨਹੀਂ ਕਰਦਾ, ਕੀ ਚੀਜ਼ ਪਸੰਦ ਨਹੀਂ ਕਰਦਾ, ਦ ਕਰੰਟ ਸੁਪਰਸਟੀਸ਼ੀਅਸ ਮਤਲਬ ਜਿਹੜੇ ਚੱਲਦੇ ਵਹਿਮ ਭਰਮ ਨੇ ਹੈ ਨਾ, ਬਿਹੇਵੀਅਰ ਹੈ ਆਫ ਦ ਪੀਪਲ, ਲੋਕਾਂ ਦੇ, ਉਹਨਾਂ ਨੂੰ ਪਸੰਦ ਨਹੀਂ ਕਰਦਾ। ਹੀ ਵਾਂਟਸ ਟੂ ਐਲੀਮੀਨੇਟ, ਐਲੀਮੀਨੇਟ ਹੁੰਦਾ ਖਤਮ ਕਰਨਾ, ਹੀ ਵਾਂਟਸ ਟੂ ਐਲੀਮੀਨੇਟ ਦ ਸੁਪਰਸਟੀਸ਼ਨਸ, ਸੁਪਰਸਟੀਸ਼ਨਸ ਹੁੰਦਾ ਵਹਿਮ ਭਰਮ, ਉਹ ਇਹਨਾਂ ਵਹਿਮ ਭਰਮਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਆਫ ਦ ਵਿਲੇਜਰਸ, ਜਿਹੜੇ ਲੋਕ ਪਿੰਡਾਂ ਵਾਲੇ ਲੋਕ ਨੇ ਉਹਨਾਂ ਦੇ ਵਹਿਮ ਭਰਮ ਨੇ ਜਿਹੜੇ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਹੈ। ਪੀਪਲ ਸ਼ੁੱਡ ਬੀ ਵਰੀ, ਵਰੀ ਹੁੰਦਾ ਹੈ ਕੇਅਰਫੁਲ, ਵੀ ਮਤਲਬ ਲੋਕਾਂ ਨੂੰ ਕੇਅਰਫੁਲ ਰਹਿਣਾ ਚਾਹੀਦਾ ਹੈ ਆਫ ਫੇਕ ਸੰਨਿਆਸੀਜ਼, ਜਿਹੜੇ ਫੇਕ ਸੰਨਿਆਸੀਜ਼ ਨੇ ਉਹਨਾਂ ਤੋਂ। ਦ ਹੋਲੀਨੈਸ ਆਫ ਮੈਰਿਜ ਮਸਟ ਨਾਟ ਬੀ ਵਾਇਓਲੇਟਡ, ਵੀ ਜਿਹੜੀ ਮੈਰਿਜ ਦੀ ਹੌਲੀਨੈਸ ਹੈ, ਪਵਿੱਤਰਤਾ ਹੈ, ਉਸ ਨੂੰ ਵਾਇਓਲੇਟ ਨਹੀਂ ਕਰਨਾ ਚਾਹੀਦਾ, ਅਪਵਿੱਤਰ ਨਹੀਂ ਕਰਨਾ ਚਾਹੀਦਾ। ਦ ਆਥਰ ਡਜ਼ਨਟ ਅਪਰੂਵ, ਜਿਹੜਾ ਆਥਰ ਹੈ ਉਹ ਅਪਰੂਵ ਨਹੀਂ ਕਰਦਾ ਆਫ ਰੋਜੀਜ਼ ਐਕਸਟਰਾ ਮੈਰੀਟਲ ਅਫੇਅਰ, ਜਿਹੜੀ ਉਹ ਰਾਜੂ ਦੇ ਨਾਲ ਉਸਦੇ ਐਕਸਟਰਾ ਮੈਰੀਟਲ ਅਫੇਅਰ ਹੁੰਦੇ ਨੇ ਉਸ ਨੂੰ ਜਿਹੜਾ ਆਥਰ ਹੈ ਪਸੰਦ ਨਹੀਂ ਕਰਦਾ, ਅਪਰੂਵ ਨਹੀਂ ਕਰਦਾ, ਮਾਨਤਾ ਨਹੀਂ ਦਿੰਦਾ। ਇਟ ਇਜ਼ ਨਾਟ ਐਕਸੈਪਟਡ ਅੰਡਰ ਇੰਡੀਅਨ ਟ੍ਰੈਡੀਸ਼ਨਸ, ਜਿਹੜੇ ਆਪਣੇ ਇੰਡੀਅਨ ਟ੍ਰੈਡੀਸ਼ਨਸ ਨੇ, ਪਰੰਪਰਾਵਾਂ ਨੇ, ਉਹਨਾਂ ਦੇ ਅੰਡਰ ਇਸ ਚੀਜ਼ ਨੂੰ ਜਿਹੜੀ ਇਜਾਜ਼ਤ ਹੈ ਜਾਂ ਐਕਸੈਪਟ ਨਹੀਂ ਕੀਤਾ ਜਾਂਦਾ। ਐਂਡ ਅੱਗੇ ਦੇਖੋ ਆਪਣਾ ਨੈਕਸਟ ਕੁਐਸਚਨ 15th, ਕਮੈਂਟ ਔਨ ਦ ਇੰਡੀਅਨਨੈਸ, ਇੰਡੀਅਨਨੈਸ ਮਤਲਬ ਕਿ ਭਾਰਤੀ, ਆਫ ਦ ਨੋਵਲ ਦ ਗਾਈਡ, ਵੀ ਮਤਲਬ ਜਿਹੜਾ ਆਪਣਾ ਨੋਵਲ ਹੈ ਦ ਗਾਈਡ, ਇਸ ਦੇ ਵਿੱਚ ਇੰਡੀਅਨਨੈਸ ਹੈ ਜਿਹੜੀ ਕਿਸ ਤਰ੍ਹਾਂ ਹੈ, ਮਤਲਬ ਕਿ ਆਪਣੀ ਇੰਡੀਆ ਨਾਲ ਸੰਬੰਧਿਤ ਹੈ ਇਹ ਨੋਵਲ, ਉਹ ਕਿਸ ਤਰ੍ਹਾਂ। ਸੋ ਦੇਖੋ ਇਹ ਆਪਾਂ ਅੱਗੇ ਕਰਦੇ ਹਾਂ। ਦ ਗਾਈਡ ਇਜ਼ ਰਿਟਨ ਇਨ ਫੋਰਨ ਲੈਂਗੁਏਜ ਇੰਗਲਿਸ਼, ਜਿਹੜਾ ਗਾਈਡ ਹੈ ਹਾਲਾਂਕਿ ਇਹ ਫੋਰਨ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਇੰਗਲਿਸ਼ ਦੇ ਵਿੱਚ, ਬਟ ਇਟ ਇਜ਼ ਅ ਟਰੂਲੀ ਇੰਡੀਅਨ ਨੋਵਲ, ਪਰ ਇਹ ਅਸਲ ਦੇ ਵਿੱਚ ਇੰਡੀਅਨ ਨੋਵਲ ਹੈ, ਆਪਣੇ ਇੰਡੀਆ ਦੇ ਨਾਲ ਸੰਬੰਧ ਰੱਖਦਾ ਹੈ, ਆਪਣੇ ਇੰਡੀਆ ਦੀਆਂ ਪਰੰਪਰਾਵਾਂ ਨੇ ਜਿਹੜੀਆਂ ਇਸ ਵਿੱਚ ਉਹ ਦਿਖਾਈਆਂ ਗਈਆਂ ਨੇ।
ਇਟ ਰਿਵੀਲਸ ਦ ਇੰਡੀਅਨ ਵੇ ਆਫ ਲਾਈਫ, ਮਤਲਬ ਇਹ ਇੰਡੀਆ ਦੀ ਜਿਹੜੇ ਆਪਣੇ ਇੰਡੀਆ 'ਚ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਵੇ ਆਫ ਲਾਈਫ ਹੈ ਜਿਹੜਾ ਜ਼ਿੰਦਗੀ ਨੂੰ ਜਿਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਹੈ ਉਹ ਇਸ ਦੇ ਵਿੱਚ ਦਿਖਾਇਆ ਗਿਆ। ਐਂਡ ਆਲਸੋ ਦਾ ਕਲਚਰ ਐਂਡ ਟ੍ਰੈਡੀਸ਼ਨਸ ਆਫ ਇੰਡੀਆ, ਅਤੇ ਇੰਡੀਆ ਦਾ ਕਲਚਰ ਅਤੇ ਟ੍ਰੈਡੀਸ਼ਨ ਹੈ ਜਿਹੜੀ ਉਹ ਦਿਖਾਈ ਗਈ ਹੈ ਇਸ ਨਾਵਲ ਦੇ ਵਿੱਚ। ਆਰ ਕੇ ਨਾਰਾਇਣ ਹੈਜ਼ ਯੂਜ਼ਡ ordinary ਹੁੰਦਾ ਸਧਾਰਨ, ordinary ਇੰਡੀਅਨ ਕਰੈਕਟਰਸ ਐਂਡ ਇੰਡੀਅਨ ਐਟਮੋਸਫੇਅਰ ਟੂ ਪੋਰਟਰੇਟ ਇੰਡੀਅਨ ਕਲਚਰ। ਜਿਹੜਾ ਆਰ ਕੇ ਨਾਰਾਇਣ ਹੈ ਉਸਨੇ ਕੀ ਕੀਤਾ, ਹੈਜ਼ ਯੂਜ਼ਡ ordinary ਇੰਡੀਅਨ ਕਰੈਕਟਰ, ਉਸਨੇ ਸਧਾਰਨ ਇੰਡੀਅਨ ਕਰੈਕਟਰ ਨੇ ਜਿਹੜੇ ਉਹਨਾਂ ਦਾ ਯੂਜ਼ ਕੀਤਾ। ਐਂਡ ਇੰਡੀਅਨ ਐਟਮੋਸਫੇਅਰ, ਅਤੇ ਇੰਡੀਆ ਦਾ ਹੀ ਐਟਮੋਸਫੇਅਰ ਦਿਖਾਇਆ ਗਿਆ ਹੈ। ਟੂ ਪੋਰਟਰੇਟ ਹੁੰਦਾ ਹੈ ਚਿੱਤਰਨ ਕਰਨਾ ਜਾਂ ਫਿਰ ਦਿਖਾਉਣਾ, ਰੂਪ ਦੇਣਾ। ਟੂ ਪੋਰਟਰੇਟ ਇੰਡੀਅਨ ਕਲਚਰ, ਆਪਣੇ ਇੰਡੀਅਨ ਕਲਚਰ ਹੈ ਜਿਹੜਾ ਉਸ ਨੂੰ ਮਤਲਬ ਕਿ ਆਪਣੇ ਸਾਹਮਣੇ ਪੇਸ਼ ਕਰਨ ਦੇ ਲਈ। ਆਰ ਕੇ ਨਾਰਾਇਣ ਹੈਜ਼ ਗਿਵਨ ਅ ਟਰੂ ਸੋਸ਼ਲ ਪਿਕਚਰ ਆਫ ਇੰਡੀਆ, ਜਿਹੜਾ ਆਰ ਕੇ ਨਾਰਾਇਣ ਹੈ ਉਸਨੇ ਇੰਡੀਆ ਦੀ ਜਿਹੜੀ ਅਸਲੀ ਸੋਸ਼ਲ ਪਿਕਚਰ ਆਪਾਂ ਨੂੰ ਉਹ ਪੇਸ਼ ਕੀਤੀ ਹੈ ਥਰੂ ਦ ਗਾਈਡ, ਇਸ ਆਪਣੇ ਨਾਵਲ ਦੇ ਥਰੂ, ਦ ਗਾਈਡ ਦੇ ਥਰੂ। ਦ ਕਾਈਂਡਨੈਸ ਆਫ ਇੰਡੀਅਨਸ, ਜਿਹੜੇ ਇੰਡੀਅਨਸ ਨੇ ਉਹਨਾਂ ਦੀ ਜਿਹੜੀ ਕਾਈਂਡਨੈਸ ਹੈ, ਦਿਆਲਤ ਹੈ, ਇਜ਼ ਨੋਨ ਆਲ ਓਵਰ ਦਾ ਵਰਲਡ, ਉਹ ਸਾਰੇ ਹੀ ਵਰਲਡ ਦੇ ਵਿੱਚ ਮਤਲਬ ਕਿ ਪ੍ਰਸਿੱਧ ਹੈ, ਜਾਣੀ ਜਾਂਦੀ ਹੈ, ਦੇਖੀ ਜਾਂਦੀ ਹੈ, ਸਾਰੇ ਵਰਲਡ ਦੇ ਵਿੱਚ ਪਹਿਚਾਣਿਆ ਜਾਂਦਾ ਉਸ ਨੂੰ। ਨਾਰਾਇਣ ਹੈਜ਼ ਪ੍ਰੈਜੈਂਟਡ ਅ ਕਲੀਅਰ ਪਿਕਚਰ ਆਫ ਦ ਕੰਟਰੀ, ਜਿਹੜਾ ਨਾਰਾਇਣ ਹੈ ਉਸਨੇ ਕੰਟਰੀ ਦੀ ਕਲੀਅਰ ਪਿਕਚਰ ਹੈ ਜਿਹੜੀ ਉਹ ਪੇਸ਼ ਕੀਤੀ ਹੈ ਐਟ ਦਾ ਟਾਈਮ ਆਫ ਨਰੇਸ਼ਨ, ਮਤਲਬ ਜਿਸ ਵਕਤ ਇਹ ਨਰੇਟ ਕੀਤਾ ਗਿਆ ਸੀ, ਨਰੇਸ਼ਨ ਹੁੰਦਾ ਇਸ ਨੂੰ ਲਿਖਿਆ ਗਿਆ ਸੀ ਜਿਸ ਵਕਤ, ਉਸ ਵਕਤ ਦੀ ਇੰਡੀਆ ਦੀ ਜਿਹੜੀ ਪਿਕਚਰ ਸੀ, ਕਲੀਅਰ ਪਿਕਚਰ ਉਹ ਦਿਖਾਈ ਗਈ ਹੈ। ਦ ਵਿਲੇਜਰਸ ਆਰ ਸ਼ੋਨ, ਜਿਹੜੇ ਵਿਲੇਜਰਸ ਨੇ ਉਹਨਾਂ ਨੂੰ ਕੀ ਦਿਖਾਇਆ ਗਿਆ ਹੈ, ਵਿਲੇਜਰਸ ਆਰ ਸ਼ੋਨ ਐਜ਼ ਸਫਰਿੰਗ ਫਰੋਮ ਪੋਵਰਟੀ ਐਂਡ ਇਗਨੋਰੈਂਸ ਮਤਲਬ ਕਿ ਅਨਅਵੇਅਰਨੈਸ, ਉਸ ਵਕਤ ਦੇ ਜਿਹੜੇ ਲੋਕ ਸੀਗੇ ਉਹ ਸਫਰਿੰਗ ਕਰ ਰਹੇ ਸੀਗੇ, ਮੁਸੀਬਤਾਂ ਦੇ ਵਿੱਚੋਂ ਲੰਘ ਰਹੇ ਸੀ। ਕਿਹੜੀ ਮੁਸੀਬਤ, ਇੱਕ ਤਾਂ ਪੋਵਰਟੀ ਗਰੀਬੀ ਦੇ ਵਿੱਚੋਂ, ਐਂਡ ਇਗਨੋਰੈਂਸ ਮਤਲਬ ਕਿ ਅਨਅਵੇਅਰਨੈਸ, ਉਹਨਾਂ ਨੂੰ ਇੰਨੀ ਜ਼ਿਆਦਾ ਅਵੇਅਰਨੈਸ ਹੈ ਜਿਹੜੀ ਉਹ ਨਹੀਂ ਸੀਗੀ, ਜਾਣਕਾਰੀ ਨਹੀਂ ਸੀ। ਐਂਡ ਦੇਅਰ ਇਲੀਟਰੇਸੀ ਹੁੰਦੀ ਹੈ ਅਨਪੜ੍ਹਤਾ, ਐਂਡ ਦੇਅਰ ਇਲੀਟਰੇਸੀ ਹੈਜ਼ ਬੀਨ ਰਿਫਲੈਕਟਡ ਐਜ਼ ਦ ਰੂਟ ਕਾਜ਼ ਫॉर देयर ਸਫਰਿੰਗਸ, ਅਤੇ ਜਿਹੜੀ ਉਹਨਾਂ ਦੀ ਇਲੀਟਰੇਸੀ ਸੀ, ਅਨਪੜ੍ਹਤਾ ਸੀਗੀ, ਉਹ ਉਹਨਾਂ ਦਾ ਉਹ ਦਿਖਾਈ ਗਈ ਹੈ, ਹੈਜ਼ ਬੀਨ ਰਿਫਲੈਕਟਡ ਹੁੰਦਾ ਝਲਕ ਦੇਣਾ, ਉਸ ਦੀ ਝਲਕ ਜਿਹੜੀ ਆਪਾਂ ਨੂੰ ਦਿਖਾਈ ਗਈ ਹੈ ਐਜ਼ ਦਾ ਰੂਟ ਕਾਜ਼ ਹੁੰਦਾ ਪੂਰੀ ਜਿਹੜੀ ਜੜ ਤੋਂ ਕਾਰਨ ਹੁੰਦਾ, ਉਹ ਅਨਪੜ੍ਹਤਾ ਸੀਗੀ ਫॉर ऑल देयर ਸਫਰਿੰਗਸ, ਉਹਨਾਂ ਦੀਆਂ ਸਾਰੀਆਂ ਸਫਰਿੰਗਸ ਦੇ ਲਈ ਉਹਨਾਂ ਦੀ ਅਨਪੜ੍ਹਤਾ ਜਿਹੜੀ ਉਹ ਕਾਰਨ ਦੱਸਿਆ ਗਿਆ। ਇੰਡੀਅਨ ਪੀਪਲ ਆਰ ਟਰੂਲੀ ਨੋਵਲ ਐਂਡ ਕਾਈਂਡ ਹਾਰਟਡ, ਜਿਹੜੇ ਇੰਡੀਅਨ ਪੀਪਲ ਨੇ ਉਹ ਸੱਚਮੁੱਚ ਹੀ ਟਰੂਲੀ ਨੋਵਲ ਨੇਕ ਹੁੰਦੇ ਨੇ ਅਤੇ ਕਾਈਂਡ ਹਾਰਟਡ ਹੁੰਦੇ ਨੇ, ਦਿਆਲੂ ਹੁੰਦੇ ਨੇ। ਇਨ ਸ਼ਾਰਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਦ ਨੋਵਲ ਰਿਫਲੈਕਟਸ ਦ ਸਪਿਰਿਟ ਐਂਡ ਸੋਲ ਆਫ ਇੰਡੀਆ, ਤਾਂ ਜਿਹੜਾ ਇਹ ਨੋਵਲ ਹੈ ਉਹ ਆਪਾਂ ਨੂੰ ਕੀ ਦਰਸਾਉਂਦਾ ਹੈ, ਰਿਫਲੈਕਟਸ ਕਰਦਾ ਹੈ ਦ ਸਪਿਰਿਟ ਐਂਡ ਸੋਲ ਆਫ ਇੰਡੀਆ, ਜਿਹੜੀ ਇੰਡੀਆ ਉਹਨਾਂ ਦੀ ਸਪਿਰਿਟ ਅਤੇ ਸੋਲ, ਮਤਲਬ ਕਿ ਇੰਡੀਆ ਬਾਰੇ ਆਪਾਂ ਨੂੰ ਦੱਸਿਆ ਗਿਆ। ਸੋ ਇਹ ਸੀਗੇ ਆਪਣੇ ਸ਼ਾਰਟ ਕੁਐਸਚਨ ਪਾਰਟ 3 ਸੀਗਾ। ਆਈ ਹੋਪ ਕਿ ਜਿੰਨੇ ਵੀ ਕੁਐਸਚਨ ਆਪਾਂ ਕਰਵਾਉਣੇ ਆ ਸਿੰਪਲ ਭਾਸ਼ਾ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ, ਸਿੰਪਲ ਵਰਡਿੰਗ ਦੇ ਵਿੱਚ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।